ने गेट खुला रखा वकील में रखे हुए आए था। अपनी जिंदगी दे विच अपनी जिंदगी जिंदा खिलाड़ी बनया या तैयार हो गया ते उन्हें सानू ते दुख दिता ही कोई नहीं हैगा। बड़ा ही ताबेदार सी, बड़ा ही ताबेदार सी। पिंड दे विच 3 दिन सोग मनाया गया है। इंतहाई अफसोस ਉਹਦੇ ਯਾਰਾਂ ਤੇ ਆਇਆ ਤੇ ਉਹ ਯਾਰ ਨਹੀਂ ਪਹੁੰਚੇ ਜਿਨ੍ਹਾਂ ਵਾਸਤੇ ਉਹ ਡੇਰੇ ਬਣਾਉਣ ਡਿਆ ਸੀ ਕਿ ਇੱਥੇ ਮੇਰੇ ਯਾਰਾਂ ਨੇ ਆਉਣਾ ਕਰਨਾ ਹੈ। ਇਹਨਾਂ ਨੇ ਇੰਨਾ ਕਿ ਸਾਨੂੰ ਦੁੱਖ ਦਿੱਤਾ ਇਸ ਪਟੀਸ਼ਨ ਵਾਲਿਆਂ ਨੇ, ਅਸੀਂ ਸਾਡੀ ਜ਼ਿੰਦਗੀ ਨਹੀਂ ਭੁੱਲਾਂਗੇ ਤੇ ਕੋਈ ਖਿਲਾੜੀ ਨਹੀਂ ਤਿਆਰ ਕਰਾਂਗੇ। ਇਸ ਪਟੀਸ਼ਨ ਤੋਂ ਬਹੁਤ ਹੀ ਮੈਂ ਗੰਦਾ ਸਮਝਣਾ। अस्सलाम वालेकुम नाज़रीन, मैं तुहाडा मेज़बान अजाज मसूद चौधरी जी। नाज़रीन, इस वक्त मैं मौजूद हाँ जिला टोबा टेक सिंह दे नवाही पिंड ਚੱਕ नंबर 320 ਦੇ ਵਿੱਚ। ਇਸ ਪਿੰਡ ਨੂੰ ਜਾਣਿਆ ਜਾਂਦਾ ਹੈ ਸ਼ਕੀਲ ਜੱਟ ਦੇ ਨਾਂ ਦੇ ਨਾਲ। ਉਹ ਸ਼ਕੀਲ ਜੱਟ ਜਿਹੜਾ ਕਿ ਪਾਕਿਸਤਾਨ ਦੀ ਕਬੱਡੀ ਟੀਮ ਦਾ ਅਹਿਮ ਖਿਲਾੜੀ ਸੀ, ਇਹਦੇ ਨਾਲ ਆਰਮੀ ਦੀ ਟੀਮ ਦਾ ਵੀ ਉਹ ਹੋਣਹਾਰ ਖਿਲਾੜੀ ਸੀ। ਮੌਜੂਦ ਹਾਂ ਸ਼ਕੀਲ ਜੱਟ ਮਰਹੂਮ ਦੇ ਵਾਲਦ ਸਾਹਿਬ ਬਸ਼ੀਰ ਸਾਹਿਬ ਦੇ ਕੋਲ, ਔਰ ਜਵਾਨ ਪੁੱਤਰ ਔਰ ਸ਼ੇਰਾਂ ਵਰਗੇ ਪੁੱਤਰ ਦੀ ਮੌਤ ਦੇ ਸਦਮੇ ਨੂੰ ਬਰਦਾਸ਼ਤ ਕਰਨਾ ਇੱਕ ਬਹੁਤ ਵੱਡਾ ਦੁੱਖ ਹੁੰਦਾ ਹੈ, ਖਾਸ ਤੌਰ ਤੇ ਵਾਲਿਦ ਲਈ। ਤੇ ਅਸੀਂ ਇਸ ਟਾਈਮ ਇਹਨਾਂ ਦੇ ਇਸ ਗਮ ਦੇ ਵਿੱਚ ਬਰਾਬਰ ਦੇ ਸ਼ਰੀਕ ਹੋਣ ਲਈ ਇਹਨਾਂ ਦੇ ਕੋਲ ਮੌਜੂਦ ਹਾਂ। ਤੇ ਸਭ ਤੋਂ ਪਹਿਲੇ ਤਾਂ ਅਸੀਂ ਇਹ ਪੁੱਛਾਂਗੇ ਸਰ ਕਿ ਇਹ ਸਾਰਾ ਵਾਕਿਆ ਕਿਸ ਤਰੀਕੇ ਨਾਲ ਪੇਸ਼ ਆਇਆ? ਸ਼ਕੀਲ ਕਿੱਧਰ ਜਾ ਰਿਹਾ ਸੀ ਉਸ ਟਾਈਮ? ਸ਼ਕੀਲ ਜੀ ਘਰੋਂ ਉੱਠਿਆ ਜੀ ਮਾਂ ਨੂੰ ਆਂਦਾ ਰੋਟੀ ਪਕਾ ਕੇ ਮੁਰਕੀ ਖਾਧੀ ਸੀ, ਬਸ ਭੱਜਦਾ ਨੱਸਦਾ। ਚੱਲ ਮੋਟਰਸਾਈਕਲ ਲਿਆ, ਸਰਤਾਜ ਨੂੰ ਬੁਲਾਇਆ ਸੋ ਚੱਲ ਟੋਬੇ ਨੂੰ ਹੋ ਗਏ ਨੇ, ਜਾਂਦਾ ਵੱਖਾ ਹੋ ਗਿਆ। ਤੇ ਦੇਖੋ ਹਰ ਬਾਪ ਖਾਸ ਤੌਰ ਤੇ ਆਪਣੇ ਪੁੱਤਰ ਲਈ ਬੜੀ ਮਿਹਨਤ ਕਰਦਾ ਹੈ ਔਰ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਪੁੱਤਰ ਲਈ ਸਭ ਕੁਝ ਕਰਕੇ ਜਾਵਾਂ। ਤੇ ਕੋਈ ਐਸੀ ਕੋਈ ਡਿਮਾਂਡ ਤੁਹਾਡੇ ਅੱਗੇ ਕਦੀ ਸ਼ਕੀਲ ਨੇ ਰੱਖੀ ਹੋਵੇ ਜਾਂ ਕੋਈ ਕਹਿੰਦਾ ਹੋਵੇ ਕਿ ਮੈਂ ਇਹ ਕੰਮ ਕਰਨਾ ਹੈਗਾ ਤੇ ਤੁਸੀਂ ਉਹਨੂੰ ਰੋਕਿਆ ਹੋਵੇ, ਮਨਾ ਕੀਤਾ ਹੋਵੇ ਕਿ ਨਹੀਂ ਪੁੱਤਰ ਇਹ ਕੰਮ ਨਹੀਂ ਕਰਨਾ ਹੈ? ਉਹਨੂੰ ਹਰ ਰੋਕੇ ਨਹੀਂ ਸਾਨੂੰ। ਅੱਜ ਸਾਡਾ ਡੱਬਾ ਨਹੀਂ, ਕੋਈ ਯਾਰ ਇੱਧਰ ਲੈ ਗਏ, ਕੋਈ ਇੱਧਰ ਲੈ ਗਏ। ਰਾਤ ਦੇ 12 ਵਜੇ ਆਇਆ, 1 ਵਜੇ ਆਇਆ। ਮਾਂ ਉਹਦੀ ਨੇ ਗੇਟ ਖੁੱਲਾ ਰੱਖਿਆ ਵਕੀਲ में रखे हुए आए था। ਉਹ ਪਰ 1 ਵਜੇ ਤੋਂ ਆਇਆ ਉਹਨੇ। ਜੀ ਨਾਜ਼ਰੀਨ, ਕਬੱਡੀ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਨਾਮ ਰੋਸ਼ਨ ਕਰਨ ਵਾਲਾ ਸ਼ਕੀਲ ਜੱਟ ਔਰ ਇਸ ਅਜ਼ੀਮ ਬਾਪ ਦਾ ਪੁੱਤਰ ਹੈ ਕਿ ਜਿਨ੍ਹਾਂ ਨੇ ਆਪਣੇ ਰਾਤ ਦਿਨ ਇੱਕ ਕਰਕੇ ਉਸ ਦੀ ਪਰਵਰਿਸ਼ ਕੀਤੀ। ਔਰ ਅੱਜ ਉਹ ਸਾਡੇ ਕੋਲ ਮੌਜੂਦ ਨਹੀਂ, ਲੇਕਿਨ ਉਹਦੀਆਂ ਯਾਦਾਂ ਢੇਰ ਯਾਦਾਂ ਮੌਜੂਦ ਨੇ। ਇੱਥੇ ਹਰ ਬੰਦੇ ਦੇ ਮੂੰਹ ਦੇ ਵਿੱਚੋਂ ਸ਼ਕੀਲ ਜੱਟ ਲਈ ਤਾਰੀਫਾਂ ਨਿਕਲਦੀਆਂ ਨੇ ਔਰ ਅੱਲਾਹ ਤਾਲਾ ਦੀ ਜ਼ਾਤ ਉਸ ਦੇ ਦਰਜਾਤ ਬੁਲੰਦ ਫਰਮਾਨ। ਕਬੱਡੀ ਦੇ ਵਿੱਚ ਸ਼ਕੀਲ ਜੱਟ ਕਿਸ ਤਰੀਕੇ ਦੇ ਨਾਲ ਆਇਆ? ਪਹਿਲੇ ਸ਼ੌਕ ਸੀ ਜਾਂ ਕੋਈ ਤੁਹਾਡੇ ਖਾਨਦਾਨ ਦੇ ਵਿੱਚ ਹੈ ਸੀ? ਜ਼ੁਲਫਕਾਰ ਉਹਦਾ ਸਤਾ ਸੀ, ਉਹ ਨਿੱਕੇ ਜਿਹੇ ਨੂੰ ਲੈ ਗਿਆ। ਅੱਛਾ। ਤੇ ਮੈਂ ਉਹ ਗਾਲਾਂ ਕੱਢਾ, ਮੈਂ ਆਖਿਆ ਨਾ ਜਾ ਮੇਰਾ ਕੰਮ ਕਰ। ਉਹ ਲੈ ਜਾਣ ਤੇ ਫਿਰ ਪੱਠੇ ਕੁਤਰੇ ਕਰੇ ਤੇ ਫਿਰ ਦੌੜ ਜਾ ਕਰੇ। ਫਿਰ ਜਦ ਅਟਾਲੀ ਕੋਲ ਪਿੰਡ ਉੱਥੇ ਮੈਚ ਹੋਇਆ, ਉੱਥੇ ਚੰਗਾ ਰਿਹਾ ਤੇ ਮੁੰਡਿਆਂ ਦੇ ਤੈਨੂੰ ਕੀ ਪਿਓ ਖਵਾਲਦਾ? ਉਹਨੇ ਆਖਿਆ ਨਿੱਕੀ ਜੀ ਗਾਂ ਹੈ, ਉਹਦੀ ਚਾਹ ਬਣਦੀ ਹੈ। ਵਾਹ, ਹਾਂ ਕੀ ਬਾਤ। ਤੇ ਫਿਰ ਉਹ ਜਿਹੜਾ ਉੱਚਾ ਹੋ ਗਿਆ ਉਹਨੇ ਮੈਨੂੰ ਫੀਟਰ ਲੈ ਤੇ ਪੱਠੇ ਕੁਤਰਿਆ ਕਰ ਤੇ ਮੈਂ ਅਗਾ ਹੁਣ ਕਦੀ ਤੇਰੇ ਕੋਲ ਲੱਭਣਾ, ਕਦੀ ਨਹੀਂ ਲੱਭਣਾ। ਫਿਰ ਗੇਮਾਂ 'ਚ ਉਹ ਰੱਬ ਨੇ ਉਹਨੂੰ ਦਿੱਤਾ ਤਾਂ ਉਹ ਤਾਂ ਹੀ ਗਿਆ। ਹਾਂ ਬਿਲਕੁਲ ਜੀ, ਬੜਾ ਰੁਤਬਾ ਹਾਸਲ ਕੀਤਾ ਕਬੱਡੀ ਦੇ ਵਿੱਚ। ਸਾਡੇ ਵਤਨ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਕਬੱਡੀ ਦੇ ਲਵਰ ਨੇ, ਜਿੱਥੇ ਜਿੱਥੇ ਕਬੱਡੀ ਨੂੰ ਜਾਣਦੇ ਨੇ, ਬੁੱਝਦੇ ਨੇ, ਕਬੱਡੀ ਦੇ ਸ਼ਾਇਕੀਨ ਨੇ, ਉਹਨਾਂ ਦੇ ਦਿਲਾਂ ਦੇ ਉੱਤੇ ਅੱਜ ਸ਼ਕੀਲ ਜੱਟ ਦਾ ਨਾਂ ਹੈ ਤੇ ਜਿਹੜਾ ਕਿ ਇਨਸ਼ਾਅੱਲਾ ਹਮੇਸ਼ਾ ਰਹੇਗਾ। ਤੇ ਇਸ ਤੋਂ ਹਟ ਕੇ ਕੋਈ ਤਾਲੀਮ ਵੱਲ ਕੋਈ ਦਿਲਚਸਪੀ ਨਹੀਂ ਹੈ ਸੀ? ਤਲੀਮ ਉਹਨੇ ਫਿਰ ਕੀ ਕਰਦੇ, ਫਿਰ ਕੌਡੀ ਵਾਲੀ ਉਹਦੀ ਸ਼ੌਂਕ ਬਸ ਇਹ ਹੋਈ ਸੀ ਦਿਨੇ ਰਾਤੀ। ਉਹ ਨਾ ਉਹਨੂੰ ਕੋਈ ਉਹ ਯਾਦ ਨਹੀਂ ਨਾ ਕਰੇ ਜਾਣਾ, ਉਹਨੇ ਬਾ ਗੇਮ ਹੀ ਕਰਨੀ, ਗੇਮ 'ਚ ਜਾਣਾ ਤੇ ਆਉਣਾ ਆਪਣੇ। ਉਹਨੂੰ ਸ਼ੌਂਕ ਸੀ। ਫਿਰ ਉਹ ਚੜ੍ਹਦਾ ਜਦਾ ਪਲੇਅਰ ਬਣ ਗਿਆ। 10 ਸਾਲਾਂ ਦੇ ਵਿੱਚ ਹੀ ਉਹ ਤਾਂ ਟੁਰ ਗਿਆ। ਵਾਜਵਾ ਕਬੱਡੀ ਨੂੰ ਜਨੂਨ ਦੀ ਹੱਦ ਤੱਕ ਮਕਾਮ ਨਾਜ਼ਰੀਨ ਐਵੇਂ ਨਹੀਂ ਮਿਲਦੇ ਹੈਗੇ। ਕਬੱਡੀ ਨੂੰ ਜਨੂਨ ਦੀ ਹੱਦ ਤੱਕ, ਇਸ਼ਕ ਦੀ ਹੱਦ ਤੱਕ ਇਸ ਜਵਾਨ ਨੇ ਕਬੱਡੀ ਦੇ ਨਾਲ ਮੁਹੱਬਤ ਕੀਤੀ, ਕਬੱਡੀ ਦੇ ਨਾਲ ਪਿਆਰ ਕੀਤਾ ਔਰ ਬਹੁਤ ਹੀ ਉੱਚਾ ਰੁਤਬਾ ਮਿਲਿਆ। ਤੇ ਜਿਸ ਤਰ੍ਹਾਂ ਕਿ ਇੱਕ ਬਹੁਤ ਮਸ਼ਹੂਰ ਇੱਕ ਕਹਾਵਤ ਹੈ ਕਿ ਸੁਬਹ ਦਾ ਸਿਤਾਰਾ ਜਿਹੜਾ ਹੁੰਦਾ ਉਹ ਬੜੀ ਥੋੜ੍ਹੀ ਟਾਈਮ ਲਈ ਆਉਂਦਾ। ਲੱਖਾਂ ਸਿਤਾਰੇ ਰਾਤ ਨੂੰ ਅਸਮਾਨ 'ਤੇ ਚਮਕਦੇ ਨੇ ਤੇ ਲੇਕਿਨ ਉਹ ਸੁਬਹ ਦਾ ਤਾਰਾ ਜਿਹੜਾ ਚੰਦ ਲਮਹਿਆਂ ਲਈ ਆਉਂਦਾ ਹੈਗਾ, ਉਸ ਨੂੰ ਹਰ ਬੰਦਾ ਜਾਣਦਾ ਹੈ। ਦੂਸਰੇ ਸਿਤਾਰਿਆਂ ਦੀ
ਕੋਈ ਕਿਸੇ ਨੂੰ ਨਹੀਂ ਪਤਾ ਹੈਗਾ, ਕੋਈ ਵੈਲਿਊ ਨਹੀਂ ਹੈ, ਲੇਕਿਨ ਉਸ ਤਾਰੇ ਦੀ ਬੜੀ ਵੈਲਿਊ। ਬਿਲਕੁਲ ਇਸੇ ਤਰ੍ਹਾਂ ਸ਼ਕੀਲ ਜੱਟ ਨੇ ਆਪਣੀ ਥੋੜੀ ਜਿਹੀ ਜ਼ਿੰਦਗੀ ਦੇ ਵਿੱਚ ਐਸਾ ਨਾਂ ਪੈਦਾ ਕਰ ਦਿੱਤਾ ਹੈ ਔਰ ਇਸ ਤਰੀਕੇ ਨਾਲ ਲੋਕ ਉਹਨਾਂ ਨੂੰ ਜਾਣਦੇ ਨੇ ਕਿ ਜਿਹੜਾ ਰਹਿੰਦੀ ਦੁਨੀਆ ਤੱਕ ਰਹੇਗਾ। ਵਾਲਦੈਨ ਲਈ ਬਹੁਤ ਵੱਡਾ ਸਦਮਾ ਹੁੰਦਾ ਹੈ, ਖਾਸ ਤੌਰ ਤੇ ਜਵਾਨ, ਇਹੋ ਜਵਾਨ ਸ਼ੇਰ ਪੁੱਤਰ, ਇਹ ਪੁੱਤਰ ਟੁਰ ਜਾਵੇ। ਤੇ ਜਦੋਂ ਕਿਤੇ ਕਾਫੀ ਅਰਸਾ ਉਹ ਘਰੋਂ ਬਾਹਰ ਰਹਿੰਦੇ ਸੀ, ਮਾਸ਼ਾਅੱਲਾ ਟੂਰ ਉਹਨਾਂ ਦੇ ਹੁੰਦੇ ਸੀ ਬਾਹਰਲੇ, ਤੇ ਉਸ ਅਰਸੇ ਦੇ ਵਿੱਚ ਉਹਨਾਂ ਨੂੰ ਤੁਹਾਡੀ ਯਾਦ ਕਿੰਨੀ ਕੁ ਆਉਂਦੀ ਸੀ, ਤੁਸੀਂ ਉਹਨਾਂ ਨੂੰ ਕਿੰਨਾ ਮਿਸ ਕਰਦੇ ਯਾਦ ਸੀ? ਮਾਂ ਨੂੰ ਆਉਂਦੀ, ਸਾਨੂੰ ਕੀ ਆਉਣੀ ਸੀ। ਇੱਕ ਦਿਨ ਨਾ ਆਇਆ ਰਾਤ, ਕਦੀ ਇਹਦਾ ਬੂਆ ਖੜਾਇਆ ਯਾਰ ਆਪਣੇ, ਉਹਦੇ ਯਾਰ ਦਾ ਵਿਆਸੀ ਦਾ, ਕਦੀ ਉਹਦੇ ਨਿੱਕੇ ਉਸਤਾਦ ਕੋਲ ਟੁਰ ਜਾਏ। ਮਾਂ ਆਖਿਆ ਮੇਰਾ ਸ਼ਕੀਲ ਨੂੰ ਢੱਡ ਕਰੋ, ਕਿਤੇ ਗਿਆ ਹੈ ਤੇ ਫੇਰ ਬਣ ਗਿਆ। ਉਹ ਰੱਬ ਨੇ ਉਹਨੂੰ ਦਿੱਤਾ ਬੜਾ ਕੁਛ। ਬੜੇ ਭਾਈ ਖਲੀਲ ਜੱਟ ਸਾਹਿਬ ਸਾਡੇ ਕੋਲ ਮੌਜੂਦ ਨੇ। ਤੇ ਦੇਖੋ ਭਰਾ ਜਿਹੜੇ ਹੁੰਦੇ ਨੇ, ਭਰਾਵਾਂ ਦੀਆਂ ਬਾਹਾਂ ਹੁੰਦੇ ਨੇ, ਤੇ ਇੱਕ ਐਸਾ ਭਰਾ ਇਹਨਾਂ ਤੋਂ ਦੂਰ ਹੋ ਗਿਆ ਕਿ ਜਿਸ ਭਰਾ ਨੇ ਐਸੀ ਇਹਨਾਂ ਦੀ ਬਾਹ ਬਣਿਆ ਔਰ ਐਸੀ ਇੱਜ਼ਤ ਦੀ ਹਵਾ ਬਣਿਆ ਕਿ ਜਿਹੜਾ ਕਿ ਸਦਮਾ ਇਹਨਾਂ ਲਈ ਬਹੁਤ ਜ਼ਿਆਦਾ ਹੈਗਾ। ਤੇ ਭਰਾਵਾਂ ਦੇ ਵਿੱਚ ਅਕਸਰ ਕੋਈ ਲੜਾਈਆਂ ਝਗੜੇ ਛੋਟੀ ਛੋਟੀ ਗੱਲ ਤੋਂ ਹੋ ਜਾਂਦੇ ਨੇ, ਫਿਰ ਸੁਲ੍ਹਾ ਸਫਾਈਆਂ ਵੀ ਹੋ ਜਾਂਦੀਆਂ। ਤੁਹਾਡੇ ਕਿਸ ਤਰ੍ਹਾਂ ਦੀ ਤਬੀਅਤ ਸੀ ਸ਼ਕੀਲ ਦੀ? ਥੋੜੀ ਬਹੁਤੀ ਕੋਈ ਕਬੱਡੀ ਦੇ ਪਲੇਅਰ ਜਿਹੜੇ ਹੁੰਦੇ ਨੇ ਵੈਸੇ ਵੀ ਥੋੜੇ ਜਜ਼ਬਾਤੀ ਹੁੰਦੇ ਨੇ। ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਜ਼ਿੰਦਗੀ 'ਚ ਜਦੋਂ ਖਿਲਾੜੀ ਬਣਿਆ ਜਾਂ ਤਿਆਰ ਹੋ ਗਿਆ ਤੇ ਉਹਨੇ ਸਾਨੂੰ ਤੇ ਦੁੱਖ ਦਿੱਤਾ ਹੀ ਕੋਈ ਨਹੀਂ ਹੈਗਾ। ਅਸੀਂ ਜਦੋਂ ਵੀ ਕੋਈ ਕੰਮ ਆਖਿਆ ਮਾੜਾ ਮੋਟਾ ਉਹ ਹੱਸ ਕੇ ਚਲਾ ਗਿਆ। ਅਸੀਂ ਉਹਨੂੰ ਇਹ ਹੀ ਆਖਿਆ ਸ਼ਕੀਲਿਆ ਕਿ ਕਿੱਧਰ ਫਿਰਨਾ ਪਿਆ, ਸ਼ਕੀਲਿਆ ਕੀ ਕਰਨਾ ਪਿਆ ਮੈਂ। ਜਦੋਂ ਉਹਦਾ ਮੈਚ ਵੇਖਣਾ ਸਾਨੂੰ ਖੁਸ਼ੀ ਚੜ੍ਹ ਜਾਣੀ, ਅਸੀਂ ਰਾਤ ਖੁਸ਼ੀ ਦੇ ਨਾਲ ਇੱਕ ਕਿਸਮ ਦਾ ਕਿਆ ਬਾਤ ਹੈ। ਔਰ ਖੁਸ਼ੀ ਉਹ ਸਾਰੇ ਪੂਰੇ ਪੰਜਾਬ ਦੇ ਵਿੱਚ ਹੁੰਦੀ ਸੀ, ਪੂਰੇ ਪਿੰਡ ਵਿੱਚ ਹੁੰਦੀ ਸੀ, ਪੂਰੇ ਇਲਾਕੇ ਦੇ ਵਿੱਚ। ਔਰ ਕਬੱਡੀ ਦੇ ਜਿਹੜੇ ਸ਼ਾਇਕੀਨ ਸੀ ਉਹਨਾਂ ਸਾਰਿਆਂ ਵਿੱਚ ਖੁਸ਼ੀ ਹੁੰਦੀ ਸੀ। ਸਾਡੇ ਪਿੰਡ ਵਾਲਿਆਂ ਨੇ ਉਦੋਂ ਰੋਟੀਆਂ ਨਹੀਂ ਪਕਾਈਆਂ ਹੈਗੀਆਂ, ਬੂਹੇ ਖੁੱਲ੍ਹੇ ਛੱਡ ਕੇ ਬੱਚੀਆਂ ਰੋਈਆਂ, ਬੱਚੇ ਰੋਏ। ਇਸ ਫੈਡਰੇਸ਼ਨ ਨੇ ਇੱਕ ਮਿੰਟ ਵਾਸਤੇ ਮੈਚ ਨਹੀਂ ਰੋਕ ਕੇ ਅਫਸੋਸ ਕੀਤਾ। ਸਾਨੂੰ ਬਹੁਤ ਦੁੱਖ ਹੈ ਇਸ ਫੈਡਰੇਸ਼ਨ 'ਤੇ ਜਿਨ੍ਹਾਂ ਨੇ ਮੈਚ ਕਰਾਤਾ। ਇਹਨਾਂ ਨਾਲੋਂ ਇੰਡੀਆ ਵਾਲੇ ਚੰਗੇ ਰਹਿ ਗਏ ਜਿਨ੍ਹਾਂ ਨੇ ਮੈਚ ਰੋਕ ਦਿੱਤਾ। ਸਾਨੂੰ ਬਹੁਤ ਪਰੇਸ਼ਾਨੀ। ਸਾਡਾ ਭਾਈ ਗਿਆ ਹੈ, ਉਹ ਮੈਚ ਦੇ ਵਿੱਚ ਖਿਲਾੜੀ ਨਹੀਂ ਸੀ ਹੈਗਾ। ਇਹਨਾਂ ਨੇ ਇੰਨਾ ਕੁ ਸਾਨੂੰ ਦੁੱਖ ਦਿੱਤਾ ਇਸ ਪਟੀਸ਼ਨ ਵਾਲਿਆਂ ਨੇ, ਅਸੀਂ ਸਾਰੀ ਜ਼ਿੰਦਗੀ ਨਹੀਂ ਭੁੱਲਾਂਦੇ ਤੇ ਕੋਈ ਖਿਲਾੜੀ ਨਹੀਂ ਤਿਆਰ ਕਰਾਂਗੇ। ਬਿਲਕੁਲ ਇਹ ਫੈਡਰੇਸ਼ਨ ਵਾਲਿਆਂ ਦਾ ਵੀ ਇੱਕ ਸ਼ਾਇਕੀਨ ਨੇ ਕ੍ਰਿਕਟ ਲਈ ਔਰ ਸ਼ਕੀਲ ਜੱਟ ਦੇ ਅਹਿਲੇ ਖਾਨਾ ਲਈ ਕਹਿ ਸਕਦੇ ਕਿ ਜ਼ਿਆਦਤੀ ਬਹੁਤ ਬੜੀ। ਬਾਅਦ ਵਿੱਚ ਆ ਕੇ ਦੁੱਖ ਦਾ ਇਜ਼ਹਾਰ ਕਰਦੇ ਨੇ, ਸਾਡੇ ਜ਼ਖਮਾਂ ਦੇ ਉੱਤੇ ਨਮਕ ਲਾਉਣ ਆਉਂਦੇ ਨੇ। ਉਸ ਵਕਤ ਇਹਨਾਂ ਨੂੰ ਪਤਾ ਹੀ ਨਹੀਂ ਸੀ ਹੈਗਾ ਅਸੀਂ ਇਹ ਮੈਚ ਰੋਕ ਕੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣਾ ਵੇ। ਉਸ ਵਕਤ ਸਾਡੇ ਨਾਲ ਸਾਡਾ ਪਿੰਡ ਸੀ, ਸਾਡਾ ਟੋਭਾ ਸੀ, ਸਾਡੇ ਜਿੱਥੇ ਜਿਸ ਭਰਾ ਆਏ ਹਨ ਉਹ ਸਨ। ਬਕਾਇਆ ਇਸ ਫੈਡਰੇਸ਼ਨ ਤੇ ਸਾਨੂੰ ਸਾਰੀ ਜ਼ਿੰਦਗੀ ਦੁੱਖ ਰਹਿਣਾ ਵੇ। ਅਸੀਂ ਮੁੰਡਾ ਤਿਆਰ ਕੀਤਾ, ਉਹਨਾਂ ਨੂੰ 10 ਮਿੰਟ ਵਾਸਤੇ ਮੈਚ ਰੋਕ ਕੇ, ਬਾਰਿਸ਼ ਪੈ ਜਾਂਦੀ ਤੇ ਮੈਚ ਰੋਕ ਸਕਦਾ ਸੀ ਇਹਨਾਂ ਨੇ, ਫਿਰ ਵੀ ਤਾਂ ਰੋਕਣਾ ਹੀ ਸੀ ਨਾ। ਤੇ ਸਾਡੇ ਵਾਸਤੇ ਇੱਕ ਮੈਚ ਨਹੀਂ ਰੋਕ ਸਕੇ। ਇਹ ਕੈਸੇ ਆਪਣੇ ਪਾਕਿਸਤਾਨ ਦੀ ਫੈਡਰੇਸ਼ਨ ਹੈਗੀ ਹੈ। ਇਸ ਫੈਡਰੇਸ਼ਨ ਤੋਂ ਬਹੁਤ ਹੀ ਮੈਂ ਗੰਦਾ ਸਮਝਣਾ। ਬਿਲਕੁਲ ਇਹ ਨਾਕਾਮੀ ਹੈ ਕਬੱਡੀ ਫੈਡਰੇਸ਼ਨ ਦੀ। ਔਰ ਇਸ ਦੇ ਨਾਲ ਨਾਲ ਜਿਹੜੇ ਹੈ ਸਾਡੇ ਪਲੇਅਰ ਜਿਨ੍ਹਾਂ ਦੇ ਨਾਲ ਸ਼ਕੀਲ ਜੱਟ ਸਾਰੀ ਜ਼ਿੰਦਗੀ ਖੇਡਿਆ, ਜਿਨ੍ਹਾਂ ਦੇ ਨਾਲ ਟੂਰ ਕੀਤੇ, ਜਿਨ੍ਹਾਂ ਦੇ ਨਾਲ ਉੱਠਣਾ ਬੈਠਣਾ ਹੈ ਸੀ। ਬਿਲਕੁਲ ਉਹ ਭਰਾ ਕਰਕੇ ਜਿਸ ਤਰ੍ਹਾਂ ਕਿ ਸ਼ਕੀਲ ਜੱਟ ਦੀ ਤਬੀਅਤ ਸੀ, ਹਰ ਇੱਕ ਦੇ ਨਾਲ ਮਿਲਣਸਾਰ ਬੰਦਾ ਸੀ ਔਰ ਹੱਸ ਖੇਡ ਕੇ ਆਪਣਾ ਟਾਈਮ ਗੁਜ਼ਾਰਦਾ ਸੀ। ਔਰ ਮੇਰਾ ਅਗਰ ਫੈਡਰੇਸ਼ਨ ਮੈਚ ਕਰਵਾਉਂਦੀ ਵੀ ਤੇ ਖਿਲਾੜੀਆਂ ਨੂੰ ਬਿਲਕੁਲ ਨਹੀਂ ਚਾਹੀਦਾ ਸੀ ਕੋਈ ਮੈਚ ਖੇਲਦੇ। ਔਰ ਬਿਲਕੁਲ ਐਨ ਉਸ ਵਕਤ ਜਿਸ ਟਾਈਮ ਉਸ ਸ਼ੇਰ ਜਵਾਨ ਦਾ ਜਨਾਜ਼ਾ ਚੁੱਕਿਆ ਗਿਆ, ਐਨ ਉਸ ਵੇਲੇ ਇਹੀ ਜਿਹੜੇ ਇਹਦੇ ਸਾਥੀ ਸਨ ਉਹ ਕਿਸ ਤਰੀਕੇ ਦੇ ਨਾਲ ਜਸ਼ਨ ਮਨਾ ਰਹੇ ਸਨ। ਦਿਲ ਦੁਖਦਾ ਹੈ, ਦਿਲ ਖੂਨ ਦੇ ਆਂਸੂ ਰੋਂਦਾ ਹੈ ਕਿ ਇਹੋ ਜਿਹੇ ਵਾਕਿਆ ਹੀ ਬਹੁਤ ਜ਼ਿਆਦਾ ਅਪਸੈਟ ਨੇ। ਉਸ ਟਾਈਮ ਚਾਹੀਦਾ ਸੀ ਇਹਨਾਂ ਪਲੇਅਰਾਂ ਨੂੰ, ਇਹਨਾਂ ਕਬੱਡੀ ਦੇ ਖਿਲਾੜੀਆਂ ਨੂੰ ਔਰ ਕਬੱਡੀ ਫੈਡਰੇਸ਼ਨ ਨੂੰ ਚਾਹੀਦਾ ਸੀ ਕਿ ਉਸ ਟਾਈਮ ਇਸ ਖਾਨਦਾਨ ਦੇ ਨਾਲ ਖੜੇ ਹੁੰਦੇ, ਇਸ ਗਮ ਦੀ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਦੇ ਸਾਥੀ ਬਣਦੇ, ਨਾ ਕਿ ਉਹ ਉਸ ਟਾਈਮ ਜਸ਼ਨ ਮਨਾਉਂਦੇ, ਨਾ ਕਿ ਉਸ ਟਾਈਮ ਉਹ ਮੈਚ ਹੁੰਦਾ। ਬੜੇ ਬੜੇ ਕੰਮ ਹੋ ਜਾਂਦੇ ਨੇ, ਲੇਕਿਨ ਅਗਰ ਉਹ ਮੈਚ ਰੁਕ ਜਾਂਦਾ, ਇੰਡੀਆ ਦੇ ਵਿੱਚ ਪੂਰੇ ਇੰਡੀਆ ਪੰਜਾਬ ਦੇ ਵਿੱਚ ਮਾਯੂਸੀ ਦੀ ਫਜ਼ਾ ਸੀ। ਉਸ ਟਾਈਮ ਸਾਰੇ ਹੀ ਲੋਕ ਪਰੇਸ਼ਾਨ ਸਨ। ਸਾਨੂੰ ਇੰਡੀਆ ਫੈਡਰੇਸ਼ਨ ਦੇ ਉੱਤੇ ਬਹੁਤ ਫਖਰ ਹੈ। ਉਹਨਾਂ ਨੇ ਬਹੁਤ ਚੰਗਾ ਕੀਤਾ ਹੈ, ਸਾਡੇ ਦਿਲ ਦੁੱਖ ਦੇ ਵਿੱਚ ਮੌਜੂਦ ਹੋਏ ਨੇ। ਸਾਨੂੰ ਉਹਨਾਂ ਦੇ ਉੱਤੇ ਬਹੁਤ ਖੁਸ਼ੀ ਆ ਗਈ ਹੈ। ਸਾਨੂੰ ਪਾਕਿਸਤਾਨ ਫੈਡਰੇਸ਼ਨ ਤੇ ਬਹੁਤ ਹੀ ਦੁੱਖ ਹੈ, ਇਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਤੀ ਕੀਤੀ ਹੈ। ਸਾਡਾ ਭਰਾ ਚਲਾ ਗਿਆ, ਇਹਨਾਂ ਦਾ ਭਰਾ ਸੀ, ਇਹ ਸਾਨੂੰ ਉਹਨੂੰ ਭਰਾ ਸਮਝਦੇ ਤੇ ਮੈਚ ਕਿਉਂ ਨਾ ਰੋਕਦੇ। ਇਹਨੇ ਆਪਣੀਆਂ ਖੁਸ਼ੀਆਂ ਮਨਾਉਣ ਦੇ ਨੇ, ਅਸੀਂ ਗਮਾਂ ਦੇ ਵਿੱਚ ਫਿਰਨੇ ਪਏ ਹਾਂ, ਅਸੀਂ ਗਮਾਂ ਦੇ ਵਿੱਚ ਰੋਣ ਡਏ ਹਾਂ। ਘਰਾਂ ਦੇ ਵਿੱਚ ਇਹ ਮੈਚ ਖੇਡ ਰਹੇ ਨੇ, ਬਹੁਤ ਹੀ ਪਰੇਸ਼ਾਨੀ ਹੈ। ਜੀ ਨਾਜ਼ਰੀਨ, ਸਾਡੇ ਨਾਲ ਮੌਜੂਦ ਨੇ ਸ਼ਕੀਲ ਜੱਟ ਸਾਹਿਬ ਦੇ ਕਜ਼ਨ ਫਾਖਰ ਇਸਹਾਕ ਸਾਹਿਬ। ਅਸੀਂ ਇਹਨਾਂ ਦੇ ਕੋਲੋਂ ਸ਼ਕੀਲ ਜੱਟ ਦੀ ਜ਼ਿੰਦਗੀ ਦੇ ਹਵਾਲੇ ਦੇ ਨਾਲ ਪੁੱਛਾਂਗੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜ਼ਿੰਦਗੀ ਸੀ, ਕਿਸ ਤਰੀਕੇ ਨਾਲ ਉਹਨਾਂ ਦਾ ਮਿਲਣ ਵਰਤਨ ਸੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸ਼ਕੀਲ ਜੱਟ 320 ਜਿੰਬੇ ਦੀ ਪਹਿਚਾਨ, ਸ਼ਾਨ ਤੇ ਆਨ ਸਨ
ਪਾਕਿਸਤਾਨ ਕਬੱਡੀ ਦੀ ਜਾਨ ਸੀ, ਖਿਡਾਰੀਆਂ ਦੀ ਪਹਿਚਾਨ ਸੀ ਤੇ ਸਾਡੀਆਂ ਰੌਣਕਾਂ ਸੀ ਕਿ ਜਦੋਂ ਅਸੀਂ ਘਰੋਂ ਨਿਕਲਣਾ, ਸਾਡੇ ਘਰ ਵੀ ਅਸੀਂ ਹਮਸਾਇਆ ਵੀ ਸੀ ਸਾਡਾ, ਔਰ ਮੇਰੇ ਮਾਮੂ ਦਾ ਬੇਟਾ ਸੀ ਕਿ ਜਦੋਂ ਘਰੋਂ ਨਿਕਲਣਾ ਤੇ ਹੱਸਦਿਆਂ ਖੇਡਦਿਆਂ ਉਹਦੀ ਸ਼ਕਲ ਵੇਖਣੀ, ਹੱਸਦਿਆਂ ਖੇਡਦਿਆਂ ਉਹਨੂੰ ਮਿਲਣਾ ਤੇ ਚਾਅ ਚੜ ਜਾਣੇ। ਜਿੱਦਣ ਪਤਾ ਲੱਗਣਾ ਸ਼ਕੀਲ ਨੇ 4 ਜੱਫੇ ਕੀਤੇ ਨੇ, ਅੱਜ 2 ਕੀਤੇ ਨੇ, ਤੇ ਖੁਸ਼ੀ ਨਾਲ ਸਾਡਾ ਦਿਲ ਹੋਰ ਜ਼ਿਆਦਾ ਬਾਗ ਹੋ ਜਾਣਾ। ਤੇ ਜਿੱਦਣ ਸਾਨੂੰ ਇਹ ਖਬਰ ਮਿਲੀ ਹੈ ਤੇ ਯਕੀਨ ਕਰੋ ਕਿ ਸਾਡੇ ਪਿੰਡ ਦੇ ਵਿੱਚ 3 ਦਿਨ ਸੋਗ ਮਨਾਇਆ ਗਿਆ ਹੈ। ਰੋ ਕੇ ਬੱਚੇ ਬੂढ़े ਸਭ ਨੇ ਬਹੁਤ ਗਮ ਦਾ ਇਜ਼ਹਾਰ ਕੀਤਾ ਹੈ, ਲੇਕਿਨ ਸਾਨੂੰ ਇੰਤਹਾਈ ਅਫਸੋਸ ਉਹਦੇ ਯਾਰਾਂ ਤੇ ਆਇਆ ਤੇ ਕਬੱਡੀ ਦੇ ਖਿਡਾਰੀਆਂ ਤੇ ਆਇਆ ਜਿਹੜੇ ਇਕੱਠੇ ਖੇਡਦੇ ਰਹੇ ਤੇ ਇਕੱਠੇ ਪ੍ਰੈਕਟਿਸਾਂ ਕਰਦੇ ਰਹੇ ਤੇ ਸ਼ਕੀਲ ਜੱਟ ਦੇ ਸਾਡੇ ਛੋਟੇ ਵੀਰ ਦੇ ਜਨਾਜ਼ੇ ਨੂੰ ਕੰਧਾ ਦੇਣ ਵੀ ਨਹੀਂ ਆ ਸਕੇ। ਤੇ ਬਾਅਦ ਦੇ ਵਿੱਚ ਫੈਡਰੇਸ਼ਨ ਵੀ ਆ ਰਹੀ ਏ, ਖਿਲਾੜੀ ਵੀ ਆ ਰਹੇ ਨੇ। ਮੈਂ ਗੱਲ ਇੱਥੇ ਜ਼ੋਰ ਦੇ ਕੇ ਕਹਿਣਾ ਚਾਹ ਰਿਹਾ ਕਿ ਮੈਨੂੰ ਉਹਦੇ ਭਾਈ ਨੇ, ਉਹਦੇ ਦੂਸਰੇ ਕਜ਼ਨ ਨੇ, ਉਹਦੇ ਭਾਂਜੇ ਨੇ ਇਸ ਗੱਲ ਤੋਂ ਉਦੋਂ ਰੋਕਿਆ ਕਿ ਤੁਸੀਂ ਫੈਡਰੇਸ਼ਨ ਜਿੱਦਣ ਆਈ ਹੈ, ਚਲੋ ਉਹ ਆ ਗਏ ਨੇ, ਉਹਨਾਂ ਨੂੰ ਹੁਣ ਕੋਈ ਗੱਲ ਨਾ ਕਰਿਓ। ਲੇਕਿਨ ਮੇਰਾ ਤੇ ਉਦੋਂ ਹੀ ਚਾਹ ਰਿਹਾ ਸਾਂ ਕਿ ਰਾਣਾ ਸਰਵਰ ਸਾਹਿਬ, ਮਾਨਾ ਜੱਟ ਸਾਹਿਬ, ਤੈयब ਗਲਾਨੀ ਸਾਹਿਬ ਔਰ ਦੂਸਰੇ ਜਿਤਨੇ ਵੀ ਫੈਡਰੇਸ਼ਨ ਦੇ ਅਹੁਦੇਦਾਰ ਨੇ ਉਹਨਾਂ ਨਾਲ ਗੱਲ ਕਰਾਂ ਕਿ ਤੁਸੀਂ ਇਸ ਇੰਤਹਾਈ ਅਫਸੋਸ ਨਾਲ ਬੇਜ਼ਮੀਰੀ ਦਾ ਮੁਜ਼ਾਹਰਾ ਕੀਤਾ ਹੈ। ਇੰਤਹਾਈ ਬੇਜ਼ਮੀਰ ਲੋਕ ਹੋ ਤੁਸੀਂ, ਔਰ ਬਹੁਤ ਸਸਤਾ ਸਮਝਿਆ ਤੁਸੀਂ ਸਾਡੇ ਛੋਟੇ ਵੀਰ ਨੂੰ, ਜਿਹੜਾ ਕਿ ਸਾਡੇ ਦਿਲਾਂ ਦੀ ਜਾਨ ਸੀ। 320 ਜੀਂਬੇ ਦੀ ਪਹਿਚਾਣ ਸੀ ਸ਼ਕੀਲ ਜੱਟ। ਤੇ ਮੈਨੂੰ ਬਸ ਅਫਸੋਸ ਹੈ ਤੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਤੇ ਵੇ ਬਾਕੀ ਉਹਦੇ ਲਵਰ ਪਹੁੰਚੇ ਨੇ, ਉਹਨੂੰ ਚਾਹਣ ਵਾਲੇ ਬੜੀ ਦੂਰੋਂ ਪਹੁੰਚੇ ਨੇ ਕਿ ਉਹਦੇ, ਤੁਸੀਂ ਵੀ ਨੈਟ ਤੇ ਵੇਖ ਲਿਆ, ਸਾਰੀ ਦੁਨੀਆ ਨੇ ਵੇਖਿਆ ਕਿ ਉਹਦੇ ਜਨਾਜ਼ੇ ਨੂੰ ਜਿਹਦਾ ਇੱਕ ਵਾਰੀ ਹੱਥ ਲੱਗ ਗਿਆ ਪਰਤ ਕੇ ਉਸ ਦੇ ਨੇੜੇ ਨਹੀਂ ਆਇਆ ਗਿਆ। ਇੰਨੇ ਉਹਨੂੰ ਚਾਹਣ ਵਾਲੇ ਉਹਦੇ ਲਵਰ ਕਬੱਡੀ ਦੇ ਫੈਨ ਪਹੁੰਚੇ ਨੇ। ਨਹੀਂ ਪਹੁੰਚੇ ਤੇ ਉਹ ਯਾਰ ਨਹੀਂ ਪਹੁੰਚੇ ਜਿਨ੍ਹਾਂ ਵਾਸਤੇ ਉਹ ਡੇਰੇ ਬਣਾਉਣ ਡਿਆ ਸੀ, ਵਾਸ਼ਰੂਮ ਤਿਆਰ ਕਰਨ ਡਿਆ ਸੀ ਕਿ ਇੱਥੇ ਮੇਰੇ ਯਾਰਾਂ ਨੇ ਆਉਣਾ ਕਰਨਾ। ਤੇ ਮੈਂ ਆਖਿਆ ਸ਼ਕੀਲਿਆ ਜਾਂਦੀ ਵਾਰੀ ਉਹ ਤੇਰੇ ਕੰਧਾ ਵੀ ਨਹੀਂ ਦੇਣ ਆਏ ਯਾਰ, ਇਹੋ ਜਿਹੇ ਯਾਰ ਰੱਖੇ ਸਨ ਯਾਰ। ਤੇ ਅਸੀਂ ਤੇ ਰੋ ਕੇ ਉਦਣ ਦਾ ਸਾਰਾ ਪਿੰਡ ਹੀ 320 ਗਮ ਦੇ ਵਿੱਚ। ਔਰ ਅੱਜ ਵੀ ਜੁਮਾਤੁਲ ਮੁਬਾਰਕ ਤੇ ਉਹਨਾਂ ਵਾਸਤੇ ਖਸੂਸੀ ਦੁਆ ਕੀਤੀ ਗਈ ਹੈ ਕਿ ਅੱਲਾਹ ਤਾਲਾ ਉਹਨਾਂ ਦੀ ਮਗਫਰਤ ਕਰੇ ਤੇ ਉਹਨਾਂ ਦੇ ਜਿਹੜੇ ਲਵਾਹਕੀਨ ਨੇ ਉਹਨਾਂ ਨੂੰ ਸਬਰੇ ਜਮੀਲ ਦੇਵੇ, 320 ਦੀ ਆਵਾਮ ਨੂੰ ਸਬਰ ਦੇਵੇ, ਉਹਦੇ ਜਿੰਨੇ ਵੀ ਲਵਰ ਜਿੱਥੇ ਵੀ ਮੌਜੂਦ ਨੇ ਸਭ ਨੂੰ ਅੱਲਾਹ ਸਬਰ ਦੇਵੇ ਤੇ ਸ਼ਕੀਲ ਜੱਟ ਨੂੰ ਜੰਨਤੁਲ ਫਰਦੌਸ ਅੱਲਾਹ ਰੱਬੁਲ ਇੱਜ਼ਤ ਆਲਾ ਮਕਾਮ ਦੇਵੇ। ਆਮੀਨ। ਸਾਡੇ ਇੱਕ ਕਬੱਡੀ ਦੇ ਬੜੇ ਮੰਨੇ ਪਰਮੰਨੇ ਪਲੇਅਰ ਸੀ ਤੇ ਉਹਨਾਂ ਦੀ ਇੱਕ ਵੀਡੀਓ ਹੈ ਸੀ ਕਿ ਸਾਡੀਆਂ ਕੁਝ ਮਜਬੂਰੀਆਂ ਸਨ, ਤੇ ਇਸ ਬਾਰੇ ਤੁਸੀਂ ਕੀ ਕਹਿ ਸਕਦੇ ਹੋ? ਸਰ ਇਹ ਤੇ ਮਜਬੂਰੀਆਂ ਖਾਮ ਖਿਆਲੀਆਂ ਹੀ ਨੇ। ਮਜਬੂਰੀਆਂ ਤੇ ਇੱਕ ਬਸ ਬਾਅਦ ਦੇ ਵਿੱਚ ਇੱਕ ਸ਼ਰਮਿੰਦਗੀ ਤੋਂ ਬਚਣ ਵਾਸਤੇ ਇੱਕ ਬਹਾਨਾ ਹੀ ਕੀਤਾ ਜਾ ਰਿਹਾ ਹੈ। ਹੋਰ ਮਜਬੂਰੀ ਐਸੀ ਕਿਹੜੀ ਹੈ ਕਿ ਅਗਰ ਛੋਟਾ ਭਾਈ ਆਪਣਾ ਫੌਤ ਹੋ ਜੇ, ਇਨਸਾਨ ਅਮਰੀਕਾ ਚੋਂ, ਸਾਊਦੀਆ ਚੋਂ, ਦੁਬਈ ਚੋਂ ਪਹੁੰਚਦੇ ਨੇ ਤੇ ਜਿਨ੍ਹਾਂ ਨੂੰ ਉਹ ਭਾਈ ਸਮਝਦਾ ਸੀ ਉਹ ਲਾਹੌਰ ਦੇ ਵਿੱਚੋਂ ਨਹੀਂ ਪਹੁੰਚ ਸਕੇ। ਇਹ ਕਾਹਦੀ ਮਜਬੂਰੀ ਹੈ ਇਨਸਾਨ ਦੀ ਕਿ ਬੈਰੂਨੇ ਮੁਲਕ ਚੋਂ ਪਹੁੰਚ ਜਾਂਦਾ ਤੇ ਮੁਲਕ ਚੋਂ ਨਹੀਂ ਪਹੁੰਚ ਸਕੇ। ਫਿਰ ਕਬੱਡੀ ਦਾ ਮੈਚ ਖੇਡ ਕੇ ਤੇ ਜਸ਼ਨ ਮਨਾਏ ਗਏ, ਬੁਲਬਲੇ ਮਾਰੇ ਗਏ। ਇਹ ਇੰਤਹਾਈ ਸ਼ਰਮਨਾਕ ਹਰਕਤ ਕੀਤੀ ਹੈ ਪਾਕਿਸਤਾਨ ਕਬੱਡੀ ਫੈਡਰੇਸ਼ਨ ਨੇ ਤੇ ਨਾਲ ਖਿਡਾਰੀਆਂ ਨੇ ਜਿਹੜੇ ਇਹਦੇ ਇੰਤਹਾਈ ਕਰੀਬੀ ਸਨ। ਬਿਲਕੁਲ, ਪਾਕਿਸਤਾਨ ਕਬੱਡੀ ਫੈਡਰੇਸ਼ਨ ਔਰ ਜਿਹੜੇ ਨਾਲ ਖੇਡਣ ਵਾਲੇ ਖਿਡਾਰੀ ਸਨ, ਬੜਾ ਉਹਨਾਂ ਦਾ ਉੱਚਾ ਨਾਂ ਸੀ ਔਰ ਬੜਾ ਉਹਨਾਂ ਦਾ ਉੱਚਾ ਮੁਕਾਮ ਸੀ ਔਰ ਸਭ ਹੀ ਲੋਕ ਉਹਨਾਂ ਨੂੰ ਬੜਾ ਚਾਹੁੰਦੇ ਸੀ। ਲੇਕਿਨ ਇਸ ਵਾਕਿਆ ਤੋਂ ਬਾਅਦ ਹਰ ਬੰਦੇ ਨੇ ਸਵਾਲ ਉਠਾਇਆ, ਹਰ ਖਾਸੋ-ਆਮ ਨੇ ਸਵਾਲ ਉਠਾਇਆ ਕਿ ਇਹ ਜਿਤਨੇ ਵੀ ਜਿਹੜੇ ਨਾਮਵਰ ਖਿਡਾਰੀ, ਜਿੰਨਾ ਇਹਨਾਂ ਦਾ ਉੱਚਾ ਨਾਂ ਸੀ ਉਨੀ ਹੀ ਇਹਨਾਂ ਨੇ ਨਿਚਲੇ ਦਰਜੇ ਦੀ ਹਰਕਤ ਕੀਤੀ ਹੈ। ਚਾਹੀਦਾ ਸੀ ਉਹਨਾਂ ਨੂੰ ਕਿ ਇਸ ਮੌਕੇ ਦੇ ਉੱਤੇ ਪਹੁੰਚਣਾ। ਬਹਰਹਾਲ ਅਸੀਂ ਵੀ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਇਹ ਖਾਨਦਾਨ ਦੇ ਲੋਕ ਦੁੱਖ ਦਾ ਸ਼ਿਕਾਰ ਨੇ, ਬਿਲਕੁਲ ਅਸੀਂ ਵੀ ਦੁੱਖ ਦਾ ਸ਼ਿਕਾਰ ਹਾਂ। ਉਹਦੇ ਨਾਲ ਜਿਤਨੇ ਵੀ ਕਬੱਡੀ ਦੇ ਲਵਰਸ ਨੇ, ਜਿਤਨੇ ਵੀ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ, ਸਾਰਿਆਂ ਦੇ ਹੀ ਦਿਲ ਟੁੱਟੇ ਨੇ। ਜੀ ਨਾਜ਼ਰੀਨ, ਚੱਕ ਨੰਬਰ 320 ਜੀਵੇ ਇਸ ਪਿੰਡ ਦੇ ਨੰਬਰਦਾਰ ਇਫਤਖਾਰ ਹੁਸੈਨ ਸਾਹਿਬ ਸਾਡੇ ਕੋਲ ਮੌਜੂਦ ਨੇ ਤਾਂ ਅਸੀਂ ਉਹਨਾਂ ਦੇ ਕੋਲੋਂ ਪੁੱਛਾਂਗੇ ਸ਼ਕੀਲ ਜੱਟ ਦੀ ਸ਼ਖਸੀਅਤ ਦੇ ਹਵਾਲੇ ਦੇ ਨਾਲ। ਉਹ ਬਹੁਤ ਅੱਛਾ ਬੱਚਾ ਸੀ, ਗੁੱਸੇ ਵਾਲੀ ਉਹ 'ਚ ਕੋਈ ਗੱਲ ਨਹੀਂ ਸੀ। ਬੱਚਿਆਂ ਨਾਲ ਪਿਆਰ, ਸਿਆਣੇ ਨਾਲ, ਬੀਬੀਆਂ ਨਾਲ, ਹਰ ਬੱਚੇ ਨਾਲ ਪਿਆਰ ਕਰਦਾ ਸੀ, ਹਰ ਬੰਦੇ ਨਾਲ ਪਿਆਰ ਕਰਦਾ ਸੀ। ਉਹਦੀ ਸਿਫਤਾਂ ਕਰਕੇ ਜਿੰਨੀਆਂ ਮਰਜ਼ੀ ਕਰ ਲਈਏ ਉਹ ਪੂਰੀਆਂ ਨਹੀਂ ਹੋ ਸਕਦੀਆਂ। ਸਾਡੇ ਤੋਂ ਬਹੁਤ ਛੋਟਾ ਸੀ ਨਾ ਉਹ। ਜੀ ਬੱਚਿਆਂ ਦੇ ਬੜਾ ਹੀ ਤਾਬੇਦਾਰ ਸੀ, ਬੜਾ ਹੀ ਤਾਬੇਦਾਰ ਸੀ। ਬਾਕੀ ਮੈਂ ਅਗਲੀ ਗੱਲ ਮੇਰੇ ਕੋਲ ਹੋ ਨਹੀਂ ਸਕਦੀ ਨਾ। ਜੀ ਨਾਜ਼ਰੀਨ, ਸ਼ਕੀਲ ਜੱਟ ਦੀ ਸ਼ਖਸੀਅਤ ਹਰ ਇੱਕ ਬੰਦੇ ਦੇ ਅੱਗੇ ਸਾਹਮਣੇ ਕਿ ਕਿਸ ਤਰੀਕੇ ਦੇ ਨਾਲ ਸ਼ਰੀਫ ਸਿਫਤ ਇਨਸਾਨ और किस तरीके ਦੇ ਨਾਲ प्यार करने वाला, मुहब्बत करने वाला। जी नाजरीन, ये हैं वो हवाएं, ये हैं वो फ़ज़ाएँ जहाँ पे शकील जट ने
जन्म लिया और यहीं पे खेला कूदा और जवान हो गया, और ऐसी जवानी पाई कि हर बंदा उसकी जवानी पे रश करता था और रश करता रहेगा। तो सूरज की किरणें ही शकील जट को सलाम करती थीं, और जब वो प्रैक्टिस से गेम से फारुग होके इन्हीं किसी बोहड़ के दरख्त के नीचे सताता होगा, वही जगह है। लेकिन अब वही जवान मनो मिट्टी में जाके दफन हो गया है, और इस वक्त हम शकील जट साहब की आखिरी आरामगाह पे मौजूद हैं। दुआ है कि अल्लाह ताला की ज़ात उनको अपने जवार रहमत में जगह अता फरमाए।